रोजाना लोकनाद टीवी देख रहे हो तुसी ते मैं हाँ सुखविंदर सिंह सिद्धू। प्रोग्राम दे विच गलबात करांगे कुछ वड्डियां ते कुछ अहम खबरां दे उपर। सब तो पहला गलबात करांगे कि अज बीजेपी सरकार नूं वड्डा झटका दिता गया कोर्ट दे वल्लों किसान अंदोलन मामले दे विच। उस तो बाद गलबात करांगे कि अमित शाह ने मीटिंग की है किसान अंदोलन ते नਵੇਂ खेती कानून के मामले के उपर अपनी पार्टी के वड्डे आगुआं दे नाल की कुछ उहदे विच खास रहा उहदे बारे गलबात करांगे। उस तो बाद गलबात करांगे कि किसान अंदोलन दे विच अज स्थिति किहो जी रही, की कुछ वापरिया। उस तो बाद गलबात करांगे कि जिहड़ा MC इलैक्शन होईयां सी 14 फरवरी नूं सत्ता दा सैमीफाइनल मन्निया जा रहा सी, अज उहदे रिजल्ट आए ने। किहड़ी पार्टी के हिस्से की कुछ कहा रहा तो की कुछ परफॉर्मेंस रही वख-वख पार्टियां दी, उहदे बारे गलबात करांगे। तो गलबात करने लई मेरे नाल मौजूद रहणगे डॉक्टर भीमेंद्र सिंह। सब तो पहले उन्हां स्वागत कर लैंदे आ। डॉक्टर साहब स्वागत है रोजाना लोकनाथ दी। बहुत बहुत मेहरबानी सुखविंदर जी, शुक्रिया। डॉक्टर साहब सब तो पहला जेकर गलबात करिए कि कोर्ट के वल्लों जिहड़ा बीजेपी सरकार नूं किसान अंदोलन मामले दे विच झटका दिता गया, नोटिस किया गया, की वो नोटिस है तो ये नोटिस की लोड़ की पई? सुखविंदर जी, जिवें आपां सारे जानते हैं कि भारतीय लोकतंत्र दे विच जिहड़ा शांतमई संघर्ष है ਉਹਨੂੰ ਕਰਨ ਦਾ ਸਾਰਿਆਂ ਨੂੰ ਇੱਕ ਹੱਕ ਦਿੱਤਾ ਗਿਆ ਹੈ ਔਰ ਉਸ ਹੱਕ ਨੂੰ ਲੈਂਦੇ ਹੋਏ ਸਾਡੇ ਪੰਜਾਬ ਦੇ ਕਿਸਾਨਾਂ ਨੇ ਜਦੋਂ 3 ਕਾਲੇ ਕਾਨੂੰਨਾਂ ਦੇ ਖਿਲਾਫ ਸੈਂਟਰ ਸਰਕਾਰ ਦੇ ਮੋਦੀ ਸਰਕਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਤਾਂ ਤੁਹਾਨੂੰ ਯਾਦ ਹੋਏਗਾ ਕਿ ਲੰਬਾ ਸਮਾਂ ਉਹ ਪਹਿਲਾਂ ਪੰਜਾਬ ਦੇ ਵਿੱਚ ਚੱਲਿਆ, ਫਿਰ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਔਰ ਬਾਅਦ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਫੈਲਿਆ। ਔਰ ਉਸ ਦੌਰਾਨ ਹੀ ਪੰਜਾਬ ਦੇ ਲੋਕਾਂ ਨੇ ਤੇ ਖਾਸ ਤੌਰ ਤੇ ਜਿਹੜੇ ਹਰਿਆਣੇ ਦੇ ਕਿਸਾਨਾਂ ਨੇ ਇਹ ਸੋਚਿਆ ਕਿ ਕਿਉਂ ਨਾ ਦਿੱਲੀ ਦੀ ਜਿਹੜੀ ਸੈਂਟਰ ਸਰਕਾਰ ਹੈ ਉਹਨੂੰ ਘੇਰਿਆ ਜਾਵੇ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ। ਸੋ ਇਹ ਸੋਚ ਲੈ ਕੇ ਪੰਜਾਬ ਤੇ ਹਰਿਆਣੇ ਦੇ ਜਿਹੜੇ ਸੀਗੇ किसान और इन्हां दे लीडर, इन्हां दी वख-वख जथेबंदियां ਉਹ ਦਿੱਲੀ ਵੱਲ ਕੂਚ ਕਰਨ ਲੱਗੀਆਂ। ਤਾਂ ਜਦੋਂ ਹਰਿਆਣੇ 'ਚ ਐਂਟਰ ਕੀਤੀਆਂ ਤਾਂ ਹਰਿਆਣੇ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਖੱਟਰ ਸਰਕਾਰ ਹੈ, BJP ਦੀ ਸਰਕਾਰ ਹੈ ਔਰ BJP ਸਰਕਾਰ ਇਹ ਚਾਹੁੰਦੀ ਸੀਗੀ ਕਿ ਮੈਂ ਕੇਂਦਰ ਦੀ ਖਾਸ ਤੌਰ 'ਤੇ ਮੋਦੀ ਦੀਆਂ ਨਿਗਾਹਾਂ ਦੇ ਵਿੱਚ ਇਹਨੂੰ ਮੈਂ ਅੰਦੋਲਨ ਨੂੰ ਫੇਲ ਕਰ ਦਿਆਂ ਔਰ ਇੱਕ ਹੀਰੋ ਬਣਾ। ਔਰ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਇਸ ਮਕਸਦ ਦੇ ਲਈ ਵੱਖ-ਵੱਖ ਥਾਵਾਂ ਦੇ ਉੱਤੇ ਚਾਹੇ ਅਲੱਗ-ਅਲੱਗ ਜਿਹੜੀਆਂ ਥਾਵਾਂ ਸੀਗੀਆਂ ਉਹਨਾਂ ਦੇ ਵਿੱਚ ਸੜਕਾਂ ਦੇ ਉੱਤੇ ਖੱਡੇ ਖੁਦਵਾਏ ਗਏ ਔਰ ਬਹੁਤ ਸਾਰੇ ਬੈਰੀਗੇਡ ਜਿਹੜੇ ਸੀਗੇ ਉਹ ਲਗਵਾਏ ਗਏ ਔਰ ਇੱਥੋਂ ਤੱਕ ਕਿ ਜਿਹੜੀਆਂ ਪੁਲਿਸ ਦੀਆਂ ਜਿਹੜੀਆਂ ਵੱਡੀਆਂ ਬਖਤਰਬੰਦ ਗੱਡੀਆਂ ਸੀਗੀਆਂ ਉਹ ਖੜੀਆਂ ਕੀਤੀਆਂ ਗਈਆਂ ਔਰ ਕਿਸਾਨਾਂ ਦੇ ਉੱਤੇ ਜਦੋਂ ਕਿਸਾਨ ਜਾ ਰਹੇ ਸੀਗੇ ਤਾਂ ਉਹਨਾਂ ਦੇ ਉੱਤੇ ਗੋਲੀਆਂ ਚਲਾਉਣ ਦੇ ਲਈ ਜਾਂ ਉਹਨਾਂ ਦੇ ਉੱਤੇ ਅਥਰੂ ਗੈਸ ਚਲਾਉਣ ਦੇ ਲਈ ਉਹ ਇੰਤਜ਼ਾਮ ਕੀਤਾ ਗਿਆ ਔਰ ਇਹ ਹੋਇਆ ਵੀ ਹੈ। ਔਰ ਇਸ ਦੇ ਵਿੱਚ ਬਹੁਤ ਸਾਰੇ ਸਾਡੇ ਕਿਸਾਨ ਉਹ ਜ਼ਖਮੀ ਵੀ ਹੋਏ ਔਰ ਬਹੁਤ ਆਪਾਂ ਨੂੰ ਪਤਾ ਹੈ ਕਿ ਉੱਥੇ ਕਿੰਨਾ ਡਾਂਗਾਂ ਵੀ ਚੱਲੀਆਂ ਔਰ ਕਿਸਾਨਾਂ ਨੂੰ ਬੁਰਾ ਭਲਾ ਵੀ ਕਿਹਾ ਗਿਆ। ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਪਟੀਸ਼ਨ ਜਿਹੜੀ ਸੀਗੀ ਕਿਸੇ ਸੱਜਣ ਦੇ ਦੁਆਰਾ ਇਹ ਹਾਈ ਕੋਰਟ ਦੇ ਵਿੱਚ ਖਾਸ ਤੌਰ 'ਤੇ ਜਿਹੜੀ ਹਰਿਆਣੇ ਦੀ ਹਾਈ ਕੋਰਟ ਹੈ ਉਹਦੇ ਵਿੱਚ ਪਾਈ ਗਈ, ਪੰਜਾਬ ਹਰਿਆਣਾ ਹਾਈ ਕੋਰਟ ਹੈ ਉਹਦੇ ਵਿੱਚ ਪਾਈ ਗਈ ਸੀਗੀ। ਉਹਦੇ ਜਵਾਬ ਦੇ ਵਿੱਚ ਜਿਹੜਾ ਹੈਗਾ ਹਾਈ ਕੋਰਟ ਦਾ ਫੈਸਲਾ ਹੈ ਔਰ ਹਾਈ ਕੋਰਟ ਨੇ ਹੀ ਕਿਹਾ ਕਿ ਕਿਸਾਨਾਂ ਦਾ ਜਿਹੜਾ ਸ਼ਾਂਤਮਈ ਸੰਘਰਸ਼ ਹੈ ਉਸ ਨੂੰ ਦਬਾਉਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਹੈ ਬਹੁਤ ਗਲਤ ਕੀਤੀ ਗਈ ਹੈ ਔਰ ਸਰਕਾਰ ਨੂੰ ਜਿਹੜਾ ਹੈਗਾ ਇਹਦੇ ਲਈ ਮਤਲਬ ਨੋਟਿਸ ਭੇਜਿਆ ਉਹਨਾਂ ਨੇ ਔਰ ਇਸ ਨੂੰ ਬੜਾ ਗਲਤ ਮੰਨਿਆ ਗਿਆ ਕਿ ਕਿਸੇ ਨੂੰ ਵੀ ਖਾਸ ਤੌਰ 'ਤੇ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਉਹ ਆਪਣੇ ਹੱਕੀ ਮੰਗਾਂ ਲਈ ਲੜ ਰਹੇ ਨੇ, ਉਹਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਇੱਦਾਂ ਕੁਚਲਣ ਦਾ ਜਿਹੜਾ ਉਹ ਜ਼ਰੀਆ ਬਣ ਰਹੀ ਹੈ ਸਰਕਾਰ। ਖਾਸ ਤੌਰ 'ਤੇ ਜਿਹੜੀ ਹਰਿਆਣੇ ਦੀ ਗੌਰਮੈਂਟ ਹੈ ਖੱਟੜ ਸਰਕਾਰ ਜਿਹੜੀ ਹੈਗੀ ਹੈ ਉਹਨਾਂ ਨੇ ਇਹੀ ਕਿਹਾ ਵੀ ਇਹਦਾ ਤੁਸੀਂ ਕਾਰਨ ਦੱਸੋ। ਨੋਟਿਸ ਹੈ ਔਰ ਨੋਟਿਸ ਭੇਜਿਆ ਕਿ ਉਹਦਾ ਜਵਾਬ ਮੰਗਿਆ ਹੈ ਕਿ ਤੁਸੀਂ ਕਿਉਂ ਖੱਡੇ ਪੱਟੇ, ਕਿਉਂ ਕਿਸਾਨਾਂ ਦੇ ਉੱਤੇ ਤੁਸੀਂ ਮਤਲਬ ਲਾਠੀ ਚਾਰਜ ਹੋਇਆ ਔਰ ਖੱਜਲ ਖੁਆਰੀ ਜਿਹੜੀ ਹੈਗੀ ਕਿਸਾਨਾਂ ਦੀ ਹੋਈ ਹੈ, ਉਹਦਾ ਜਵਾਬ ਤਲਬੀ ਜਿਹੜੀ ਹੈਗੀ ਹੈ ਸਰਕਾਰ ਦੀ ਹੋਈ ਹੈ। ਕਿਵੇਂ ਦੇਖਦੇ ਹੋ ਕਿ ਕਿਸਾਨਾਂ ਵਾਸਤੇ ਖਬਰ ਕਿਹੋ ਜੀ ਹੈ? ਕਿਉਂਕਿ ਵਾਰ-ਵਾਰ ਛੜਯੰਤਰ ਰਚੇ ਜਾ ਰਹੇ ਸੀ, ਕਿਤੇ ਕੁਛ ਤਰੀਕੇ ਦੇ ਨਾਲ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਸੀ, ਕਿਤੇ ਕੁਛ ਤਰੀਕੇ ਦੇ ਨਾਲ ਜਿਹੜਾ ਹੈਗਾ ਕਿਸਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਸੀ। ਹੁਣ ਜਿਹੜਾ ਕੋਰਟ ਦੇ ਵੱਲੋਂ ਇੱਕ ਤਰੀਕੇ ਦਾ ਝਟਕਾ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਜਵਾਬ ਤਲਬੀ ਕੀਤੀ ਹੈ ਜਿਸ ਤਰੀਕੇ ਨਾਲ ਤੁਸੀਂ ਦੱਸਦੇ ਹੋ, ਤਾਂ ਕਿਸਾਨਾਂ ਲਈ ਕਿਹੋ ਜੀ ਖਬਰ ਮੰਨੀ ਇਹ? ਦੇਖੋ ਸੁਖਵਿੰਦਰ ਜੀ, ਜਦੋਂ ਵੀ ਇੱਦਾਂ ਦੇ ਲੰਬੇ ਸੰਘਰਸ਼ ਚੱਲਦੇ ਨੇ, ਵੱਡੇ ਸੰਘਰਸ਼ ਚੱਲਦੇ ਨੇ ਤਾਂ ਲਾਜ਼ਮੀ ਤੌਰ 'ਤੇ ਇੱਦਾਂ ਦੀਆਂ ਕਾਰਵਾਈਆਂ ਅਕਸਰ ਹੁੰਦੀਆਂ ਨੇ। ਇਸ ਤੋਂ ਵੀ ਪਹਿਲਾਂ ਜਦੋਂ ਕਾਂਗਰਸ ਦੀ ਗੌਰਮੈਂਟ ਰਹੀ ਹੈ
ਤਾਂ ਉਸ ਤੋਂ ਪਹਿਲਾਂ ਹੋਰ ਜਿਹੜੀ ਹੈਗੀ ਆ ਵੱਖ-ਵੱਖ ਸਰਕਾਰਾਂ ਦੀਆਂ ਇੱਥੇ ਸੱਤਾ ਰਹੀ ਹੈ, ਤਾਂ ਉਹਨਾਂ ਸੱਤਾਵਾਂ ਦੇ ਦੁਆਰਾ, ਉਹਨਾਂ ਸਰਕਾਰਾਂ ਦੇ ਦੁਆਰਾ ਵੀ ਜਿਹੜੀਆਂ ਇਦਾਂ ਦੇ ਅੰਦੋਲਨ, ਜਿਹੜੇ ਹੱਕੀ ਅੰਦੋਲਨ ਨੇ, ਚਾਹੇ ਉਹ ਕਿਸਾਨਾਂ ਦੇ ਹੋਣ, ਚਾਹੇ ਮਜ਼ਦੂਰਾਂ ਦੇ ਹੋਣ, ਜਾਂ ਜਿਹੜੇ ਸਾਡੇ ਕਰਮਚਾਰੀ ਭਰਾ ਨੇ ਉਹਨਾਂ ਦੇ ਹੋਣ, ਉਹਨਾਂ ਨੂੰ ਵੀ ਦਬਾਉਣ ਦੀ ਅਕਸਰ ਜਿਹੜੀ ਹੈਗੀ ਹੈ ਸਰਕਾਰਾਂ ਕੋਸ਼ਿਸ਼ ਕਰਦੀਆਂ ਨੇ। ਪਰ ਕਿਉਂਕਿ ਇਸ ਵੇਲੇ ਆਪਾਂ ਨੂੰ ਪਤਾ ਹੈ ਕਿ ਇੱਕੋ ਇੱਕ ਥੰਮ ਬਚਿਆ ਹੈ, ਉਹ ਹੈਗਾ ਨਿਆਂਪਾਲਿਕਾ। ਨਿਆਂਪਾਲਿਕਾ ਦੇ ਵਿੱਚ ਇਹਨਾਂ ਆਪਾਂ ਨੂੰ ਪਤਾ ਹੈ ਕਿ ਕਿਵੇਂ ਖਾਸ ਤੌਰ 'ਤੇ ਜਿਹੜਾ ਸੁਪਰੀਮ ਕੋਰਟ ਵੀ ਹੈ ਉਹ ਵੀ ਉਹਨਾਂ ਨੇ ਕੈਪਚਰ ਕੀਤੀ ਹੋਈ ਹੈ, ਉਹ ਵੀ ਕਿਤੇ ਨਾ ਕਿਤੇ ਉੱਥੇ ਵੀ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਜੇ ਕਿਸੇ ਸਰਕਾਰ ਦੇ ਵਿਰੁੱਧ ਕੋਈ ਜਿਹੜੀ ਹੈਗੀ ਆ ਅਦਾਲਤ ਇੱਦਾਂ ਦਾ ਮਤਲਬ ਇੱਕ ਨੋਟਿਸ ਜਾਰੀ ਕਰਦੀ ਹੈ, ਤਾਂ ਲਾਜ਼ਮੀ ਤੌਰ 'ਤੇ ਇੱਕ ਕਿਸਾਨਾਂ ਦੇ ਲਈ ਇੱਕ ਬਹੁਤ ਖੁਸ਼ੀ ਦੀ ਗੱਲ ਹੈ, ਔਰ ਕਿਸਾਨਾਂ ਨੂੰ ਇਹਦੇ ਨਾਲ ਹੋਰ ਹੌਸਲਾ ਮਿਲੇਗਾ। ਔਰ ਖਾਸ ਤੌਰ 'ਤੇ ਜਿਹੜੇ ਵੱਖ-ਵੱਖ ਸਟੇਟਾਂ ਦੇ, ਬਾਕੀ ਸਟੇਟਾਂ ਦੇ ਵੀ ਜਿਹੜੇ ਕਿਸਾਨ ਨੇ ਉਹ ਵੀ ਹੌਸਲੇ 'ਚ ਆਉਣਗੇ, ਔਰ ਸ਼ਾਂਤਮਈ ਪ੍ਰਦਰਸ਼ਨ ਜਿਹੜਾ ਹੈਗਾ ਉਹਨਾਂ ਨੂੰ ਕਰਨ ਦਾ ਇੱਕ ਹੋਰ ਜਿਹੜਾ ਹੈਗਾ ਮੌਕਾ ਇਸ ਨਾਲ ਮਿਲੇਗਾ। ਤਾਂ ਕੱਲ ਬੀਜੇਪੀ ਦੀ ਬੀਤੀ ਰਾਤ ਜਿਹੜੀ ਮੀਟਿੰਗ ਹੋਈ ਹੈ, ਅਗਵਾਈ ਕੀਤੀ ਹੈ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ, ਉਹਦੇ ਵਿੱਚ ਕੀ ਕੁਝ ਖਾਸ ਰਿਹਾ? ਜਿਸ ਤਰੀਕੇ ਨਾਲ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਤੁਸੀਂ ਆਪਣੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਨੂੰ ਸਮਝਾਓ, ਤੇ ਜਿਹੜੇ ਵਿਰੋਧੀ ਆ ਉਹਨਾਂ ਨੂੰ ਆਪਾਂ ਝਟਕਾ ਦਈਏ, ਆਪਾਂ ਉਹਨਾਂ ਨੂੰ ਪਸਤ ਕਰੀਏ, ਜਿਹੜੇ ਵਿਰੋਧੀ ਕਿਸਾਨਾਂ ਨੂੰ ਭੜਕਾ ਰਹੇ ਆ। ਕਿਵੇਂ ਦੇਖਦੇ ਹੋ ਕਿ ਸਰਕਾਰ ਜਿਹੜੀ ਹੈਗੀ ਆ ਉਹ ਹੋਰ ਹੀ ਪਾਸੇ ਨੂੰ ਚੱਲ ਰਹੀ ਹੈ? ਕਿਉਂਕਿ ਇਹ ਮਾਮਲਾ ਕਿਸਾਨ ਕਹਿੰਦੇ ਤਾਂ ਨਿਪਟੂਗਾ ਜੇ ਇਹ ਰੱਦ ਕਰੋਗੇ, ਤਾਂ ਕਿਸਾਨ ਉੱਥੇ ਦੀ ਉੱਥੇ ਖੜੇ ਨੇ, ਤਾਂ ਦੂਜੇ ਪਾਸੇ ਸਰਕਾਰ ਵੀ ਉੱਥੇ ਦੀ ਉੱਥੇ ਖੜੀ ਹੈ। ਸਰਕਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਕਿਸਾਨ ਗੁੰਮਰਾਹ ਨੇ, ਵਿਰੋਧੀ ਧਿਰਾਂ ਗੁੰਮਰਾਹ ਕਰ ਰਹੀਆਂ ਨੇ। ਬਜਾਏ ਇਸ ਦੀ ਕਿ ਰੱਦ ਕਰਕੇ ਕਿਸਾਨਾਂ ਨੂੰ ਘਰੇ ਭੇਜਿਆ ਜਾਵੇ, ਤਾਂ ਕੋਸ਼ਿਸ਼ ਇਹ ਹੈ ਸਰਕਾਰ ਦੀ ਕਿ ਇਹਨਾਂ ਨੂੰ ਸਮਝਾਇਆ ਜਾਵੇ ਕਿ ਇਹ ਤੁਹਾਡੇ ਹੱਕ ਦੇ ਨੇ। ਕਿਸ ਤਰੀਕੇ ਦੇ ਨਾਲ ਇਹ ਮਾਮਲਾ ਨਿਬੜੂਗਾ ਜਿਸ ਤਰੀਕੇ ਦੇ ਨਾਲ ਰਣਨੀਤੀ ਤੈਅ ਕੀਤੀ ਗਈ ਹੈ ਬੀਜੇਪੀ ਦੇ ਵੱਲੋਂ? ਸੁਖਵਿੰਦਰ ਜੀ, ਜਦੋਂ ਤੋਂ ਇਹ ਅੰਦੋਲਨ ਲਗਭਗ 6-7 ਮਹੀਨੇ ਪਹਿਲਾਂ ਤੋਂ ਸ਼ੁਰੂ ਹੋਇਆ, ਉਦੋਂ ਤੋਂ ਹੀ ਖਾਸ ਤੌਰ 'ਤੇ ਜਿਹੜੀ ਸਾਡੀ ਸੈਂਟਰ ਦੀ ਗਵਰਨਮੈਂਟ ਹੈ ਇਸ ਅੰਦੋਲਨ ਦੀ ਨੇਚਰ ਨੂੰ, ਪ੍ਰਕਿਰਤੀ ਨੂੰ ਸਮਝਣ 'ਚ ਅਸਫਲ ਰਹੀ ਹੈ। ਇਹਦਾ ਕਾਰਨ ਇਹ ਹੈ ਕਿ ਉਹ ਮੰਨਦੀ ਰਹੀ ਹੈ ਕਿ ਸ਼ਾਇਦ ਇਹਦੇ ਪਿੱਛੇ ਕਿਸਾਨ ਨਹੀਂ ਹੈਗੇ, ਇਹਦੇ ਪਿੱਛੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ, ਖਾਸ ਤੌਰ 'ਤੇ ਕਾਂਗਰਸ ਹੈ ਜਾਂ ਆਮ ਆਦਮੀ ਪਾਰਟੀ ਹੈ, ਜਾਂ ਇੱਦਾਂ ਦੀ ਬਾਰ-ਬਾਰ ਉਹ ਕਹਿੰਦੇ ਵੀ ਨੇ ਕਿ ਬਾਕੀ ਜਿਹੜੀਆਂ ਧਿਰਾਂ ਨੇ ਉਹ ਇਸ ਨੂੰ ਭੜਕਾ ਰਹੀਆਂ ਨੇ, ਇਹਨੂੰ ਅੰਦੋਲਨ ਨੂੰ ਕਿਸਾਨ ਨਹੀਂ ਚਲਾ ਰਹੇ, ਇਹਨੂੰ ਕੋਈ ਹੋਰ ਪਿੱਛੋਂ ਤਾਕਤਾਂ ਚਲਾ ਰਹੀਆਂ ਨੇ। ਕਦੇ ਇਹਨਾਂ ਨੂੰ ਖਾਲਿਸਤਾਨੀ ਕਿਹਾ ਗਿਆ, ਕਦੇ ਨਕਸਲਾਈਟ ਕਿਹਾ ਗਿਆ, ਕਦੇ ਕਿਸੇ ਹੋਰ ਕੁਛ ਨਾਮ ਦਿੱਤਾ ਗਿਆ। ਮਤਲਬ ਕਹਿਣ ਤੋਂ ਭਾਵ ਹੈ ਵੀ ਇਹਦੇ ਬਾਵਜੂਦ ਵੀ ਇਹ ਜਿਹੜਾ ਅੰਦੋਲਨ ਹੈ ਲਗਾਤਾਰ ਲੋਕਾਂ ਦੇ ਵਿੱਚ ਪਨਪਦਾ ਰਿਹਾ, ਲੋਕਾਂ ਦੇ ਵਿੱਚ ਅੱਗੇ ਵੱਧਦਾ ਰਿਹਾ, ਔਰ ਲੋਕਾਂ ਨੂੰ ਜਾਗਰੂਕ ਕਰਦਾ ਰਿਹਾ। ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਕਿ ਜਿੰਨੀ ਦੇਰ ਸਰਕਾਰ ਇਹ ਨਹੀਂ ਸਮਝਦੀ ਕਿ ਇਹ ਜਿਹੜਾ ਸੰਘਰਸ਼ ਹੈ ਇਹ ਬੁਨਿਆਦੀ ਤੌਰ 'ਤੇ ਕਿਸਾਨਾਂ ਦਾ ਹੀ ਸੰਘਰਸ਼ ਹੈ, ਇਹਦੇ ਲਈ ਜਿਹੜੀਆਂ ਬਾਕੀ ਪਾਰਟੀਆਂ ਨੇ, ਮੈਂ ਨਹੀਂ ਮੰਨਦਾ ਕਿ ਬਾਕੀ ਪਾਰਟੀਆਂ ਨਹੀਂ ਕੰਮ ਕਰ ਰਹੀਆਂ, ਉਹ ਬਹੁਤ ਅੰਸ਼ਿਕ ਰੂਪ ਹੈ ਉਹਨਾਂ ਦਾ, ਬਹੁਤ ਜਿਹੜਾ ਹੈਗਾ ਥੋੜ੍ਹਾ ਘੱਟ ਗਿਣਤੀ ਦੇ ਵਿੱਚ ਹੈਗਾ ਉਹਨਾਂ ਦਾ ਜਿਹੜਾ ਯੋਗਦਾਨ ਹੈ। ਪਰ ਬੁਨਿਆਦੀ ਤੌਰ 'ਤੇ ਜਿਹੜਾ ਵੱਡਾ ਯੋਗਦਾਨ ਹੈ ਉਹ ਕਿਸਾਨਾਂ ਦਾ ਆਪਣਾ, ਕਿਸਾਨ ਜਥੇਬੰਦੀਆਂ ਦਾ ਯੋਗਦਾਨ ਹੈ, ਖਾਪ ਪੰਚਾਇਤਾਂ ਦਾ ਯੋਗਦਾਨ ਹੈ। ਉਸ ਤੋਂ ਇਲਾਵਾ ਹੋਰ ਜਿਹੜੇ ਆਮ ਲੋਕ ਨੇ ਉਹ ਵੀ ਇਹਦੇ ਨਾਲ ਜੁੜੇ ਹੋਏ ਨੇ। ਸੋ ਇਸ ਕਰਕੇ ਕੇਂਦਰ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਿੰਨਾ ਇਸ ਨੂੰ ਡਿਲੇ ਕਰਨਗੇ, ਜਿੰਨਾ ਇੱਦਾਂ ਦੀਆਂ ਮੀਟਿੰਗਾਂ ਦੇ ਵਿੱਚ ਹੋਰ ਇਹਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਨਗੇ ਜਾਂ ਇੱਦਾਂ ਗਲਤ ਤਰੀਕੇ ਨਾਲ ਦਬਾਉਣ ਦੀ ਕੋਸ਼ਿਸ਼ ਕਰਨਗੇ, ਉਨਾ ਹੀ ਇਹ ਜਿਹੜਾ ਸੰਘਰਸ਼ ਹੈ ਕਾਮਯਾਬ ਹੋਏਗਾ। ਲੋਕ ਇਹਦੇ ਵਿਰੋਧ ਦੇ ਵਿੱਚ ਹੋਰ ਉੱਠਣਗੇ, ਔਰ ਕਿਸਾਨ ਖਾਸ ਤੌਰ 'ਤੇ ਜੇ ਆਪਾਂ ਗੱਲ ਕਰੀਏ ਕਿ ਹੁਣ ਸਿਰਫ ਨਾਰਥ ਜਿਹੜਾ ਇੰਡੀਆ ਜਾਂ ਉੱਤਰੀ ਭਾਰਤ ਜਿਹੜਾ ਹੈਗਾ ਉਹਦੇ ਕਿਸਾਨ ਆ ਰਹੇ ਨੇ, ਹੌਲੀ ਹੌਲੀ ਇਹ ਜਿਹੜਾ ਹੈਗਾ ਅੱਗੇ ਵੱਧ ਰਿਹਾ ਹੈ। ਬਾਕੀ ਜਿਹੜੀ ਪ੍ਰਾਂਤਾਂ ਨੇ, ਸਾਡੀਆਂ ਸਟੇਟਾਂ ਨੇ, ਉਹਨਾਂ ਦੇ ਵੱਲ ਵੱਧ ਰਿਹਾ ਹੈ ਹੌਲੀ ਹੌਲੀ, ਔਰ ਇਹ ਇੱਕ ਜਨ ਅੰਦੋਲਨ ਦੇ ਤੌਰ 'ਤੇ ਉੱਭਰ ਰਿਹਾ ਹੈ। ਸੋ ਸਾਡੇ ਜਿਹੜੇ ਅਮਿਤ ਸ਼ਾਹ ਜੀ ਨੇ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਿੰਨੀ ਛੇਤੀ ਇਹ ਇਸ ਦਾ ਹੱਲ ਕਰ ਦੇਣਗੇ ਓਨਾ ਹੀ ਬੀਜੇਪੀ ਦਾ ਭਲਾ ਹੈ, ਔਰ ਉਹਦੇ ਵਿੱਚ ਸਰਕਾਰ ਦਾ ਵੀ ਫਾਇਦਾ ਹੈ ਔਰ ਕਿਸਾਨਾਂ ਦਾ ਵੀ ਫਾਇਦਾ ਹੋਏਗਾ। ਸੋ ਕਿਸਾਨਾਂ ਨਾਲ ਡਾਇਲੋਗ ਕਰਕੇ, ਗੱਲਬਾਤ ਕਰਕੇ ਜਿਹੜਾ ਹੈਗਾ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ। ਇਹੀ ਸਮੇਂ ਦੀ ਮੰਗ ਹੈ ਜੀ। ਜੇਕਰ ਆਪਾਂ ਕਿਸਾਨ ਅੰਦੋਲਨ ਦੀ ਗੱਲ ਕਰੀਏ, ਬੇਸ਼ੱਕ ਕਿਸਾਨ ਅੰਦੋਲਨ ਲਗਾਤਾਰ ਲੰਬਾ ਹੁੰਦਾ ਜਾ ਰਿਹਾ, ਪਰ ਦਰਸ਼ਕ ਇਹ ਵੀ ਸੋਚਦੇ ਨੇ ਕਿਉਂਕਿ ਜਿਹੜੇ ਲੋਕ ਘਰੇ ਬੈਠੇ ਨੇ ਇੱਕ ਤਰ੍ਹਾਂ ਦੀਆਂ ਅਫਵਾਹਾਂ ਫੈਲਦੀਆਂ ਨੇ ਕਿ ਅੰਦੋਲਨ ਦੇ ਵਿੱਚ ਬੰਦੇ ਘਟ ਗਏ, ਅੰਦੋਲਨ ਦੇ ਵਿੱਚ ਬੰਦੇ ਕੋਈ ਕਹਿੰਦਾ ਵੱਧ ਗਏ, ਕੋਈ ਕਹਿੰਦਾ ਕਿਸ ਤਰੀਕੇ ਦੀਆਂ ਅਫਵਾਹਾਂ ਫੈਲ ਰਹੀਆਂ ਨੇ। ਤਾਂ ਜੇਕਰ ਆਪਾਂ ਆਪਣੇ ਦਰਸ਼ਕਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਦੇਣੀ ਹੋਵੇ, ਅੰਦੋਲਨ ਦੇ ਵਿੱਚ ਅੱਜ ਅੰਦੋਲਨ ਦੀ ਮੌਜੂਦਾ ਸਥਿਤੀ ਕੀ ਹੈ? ਦੇਖੋ, ਪਹਿਲੀ ਗੱਲ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਆਪਾਂ ਜ਼ਰੂਰ ਇਹ ਕਲੀਅਰ ਕਰ ਦਈਏ ਕਿ ਜਦੋਂ ਇੱਦਾਂ ਦਾ ਲੰਮਾ ਸੰਘਰਸ਼ ਹੁੰਦਾ ਹੈ ਉਹਦੇ ਵਿੱਚ ਹਰ ਵੇਲੇ ਇਹ ਨਹੀਂ ਹੁੰਦਾ ਕਿ ਉੱਥੇ ਭੀੜ ਇਕੱਠੀ ਹੋ ਜਾਏਗੀ ਜਾਂ ਲੋਕ ਉੱਦਾਂ ਹੀ ਪਹਿਲਾਂ ਵਾਂਗ ਟਰੈਕਟਰ ਲੈ ਕੇ ਲਗਾਤਾਰ ਆਉਣਗੇ। ਇਹਦੇ ਵਿੱਚ ਅਪਸ ਐਂਡ ਡਾਊਨਸ ਆਉਂਦੇ ਨੇ,
ਔਰ ਅਪਸ ਐਂਡ ਡਾਊਨਸ ਆਉਣਾ ਹੀ ਇਹਦੀ ਜਿਹੜੀ ਹੈਗੀ ਹੈ ਜੀਵੰਤ ਹੋਣ ਦੀ ਨਿਸ਼ਾਨੀ ਹੈ। ਸੋ ਇਸ ਕਰਕੇ ਕਿਸਾਨ ਜਿਹੜੇ ਨੇ ਇਸ ਵੇਲੇ ਬੇਸ਼ੱਕ ਤੁਸੀਂ ਜਿਵੇਂ ਕਿਹਾ ਕਿ ਉਹਨਾਂ ਘਟ ਰਹੇ ਨੇ, ਪਰ ਉਹਨਾਂ ਦੀ ਜਿਹੜੀ ਭਾਵਨਾ ਹੈ ਉਹ ਜਿੱਥੇ ਵੀ ਬੈਠੇ ਨੇ ਉੱਥੇ ਮੰਨ ਲਓ ਵੱਖ-ਵੱਖ ਬਾਰਡਰਾਂ ਤੇ ਅੱਜ ਕਿਸਾਨ ਘਟ ਰਹੇ ਨੇ ਜਾਂ ਘੱਟ ਨੇ, ਮੈਂ ਮੰਨ ਗਿਆ ਇਹ ਗੱਲ ਕਿ ਇਹ ਇੱਕ ਵੇਲਾ ਹੁੰਦਾ, ਇੱਕ ਸਮਾਂ ਹੁੰਦਾ ਕਿ ਹਰ ਵੇਲੇ ਜਿਹੜਾ ਉਹ ਇਕੱਠ ਨਹੀਂ ਦਿੰਦਾ ਹੁੰਦਾ, ਪਰ ਲੋਕਾਂ ਦੀ ਜਿਹੜੀ ਭਾਵਨਾ ਹੈ ਔਰ ਲੋਕਾਂ ਦਾ ਜਿਹੜਾ ਇਸ ਸੰਘਰਸ਼ ਨਾਲ ਜੁੜਨਾ ਹੈ ਉਹ ਲਗਾਤਾਰ ਵੱਧ ਰਿਹਾ ਹੈ। ਔਰ ਤੁਸੀਂ ਦੇਖੋਗੇ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਹੁਣ ਕੀ ਹੋ ਗਿਆ ਕਿ ਪਹਿਲਾਂ ਤਾਂ ਸਿਰਫ ਕਿਸਾਨ ਜਿਹੜੇ ਸੀਗੇ ਉਹ ਆਏ, ਹੁਣ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵਾਤਾਵਰਣ ਪ੍ਰੇਮੀ ਨੇ, ਜਿਹੜੇ ਵਾਤਾਵਰਣ ਨਾਲ ਸੰਬੰਧਿਤ ਲੋਕ ਨੇ, ਵੱਡੀਆਂ ਹਸਤੀਆਂ ਨੇ, ਉਹ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਉਹ ਤੁਹਾਨੂੰ ਆਪਾਂ ਨੂੰ ਪਤਾ ਹੈ ਕਿ ਉਹ ਜੁੜ ਰਹੇ ਨੇ। ਸੋ ਬੇਸ਼ੱਕ ਉਹਨਾਂ ਦੇ ਉੱਤੇ ਕੇਸ ਵੀ ਪਾਏ ਜਾ ਰਹੇ ਨੇ, ਯੂਐਪਾ ਦੇ ਅੰਡਰ ਜਾਂ ਹੋਰ ਵੱਖ-ਵੱਖ ਧਾਰਾਵਾਂ ਉਹਨਾਂ ਤੇ ਲਾਈਆਂ ਜਾ ਰਹੀਆਂ ਨੇ। ਇਹਦੇ ਬਾਵਜੂਦ ਜਿਹੜੇ ਬਾਹਰਲੇ ਲੋਕ ਵੀ ਇਸ ਕਿਸਾਨੀ ਅੰਦੋਲਨ ਦੇ ਵਿੱਚ ਐਂਟਰ ਹੋ ਰਹੇ ਨੇ, ਉਹ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਹੁਣ ਇਹ ਅੰਦੋਲਨ ਕਿਸਾਨਾਂ ਦਾ ਨਾਂ ਰਹਿ ਕੇ ਹੁਣ ਇਹਦੇ ਵਿੱਚ ਪੱਤਰਕਾਰ ਵੀ ਆ ਰਹੇ ਨੇ, ਇਹਦੇ ਵਿੱਚ ਵਕੀਲ ਵੀ ਆ ਰਹੇ ਨੇ, ਇਹਦੇ 'ਚ ਵਾਤਾਵਰਨ ਪ੍ਰੇਮੀ ਵੀ ਆ ਰਹੇ ਨੇ, ਇਹਦੇ 'ਚ ਅਧਿਆਪਕ ਵੀ ਆ ਰਹੇ ਨੇ, ਇਹਦੇ 'ਚ ਵਿਦਿਆਰਥੀ ਵੀ ਆ ਰਹੇ ਨੇ, ਇਹਦੇ 'ਚ ਹੋਰ ਬਹੁਤ ਸਾਰੇ ਜਿਹੜੇ ਲੋਕ ਨੇ, ਖਾਸ ਤੌਰ ਤੇ ਜਿਹੜਾ ਵਪਾਰੀ ਤਬਕਾ ਹੈ ਉਹ ਵੀ ਇਹਦੇ ਵਿੱਚ, ਆੜ੍ਹਤੀਏ ਜਿਹੜੇ ਲੋਕ ਨੇ ਉਹ ਵੀ ਸ਼ਾਮਲ ਹੋ ਰਹੇ ਨੇ ਲਗਾਤਾਰ। ਸੋ ਜਿਹੜਾ ਵੱਖ-ਵੱਖ ਵਰਗਾਂ ਦਾ ਜਿਹੜਾ ਸਮਰਥਨ ਹੈ ਇਸ ਕਿਸਾਨੀ ਅੰਦੋਲਨ ਨੂੰ, ਉਹ ਬਹੁਤ ਖੂਬਸੂਰਤੀ ਦੇ ਨਾਲ ਔਰ ਬੜੀ ਵੱਡੀ ਤਾਦਾਦ ਦੇ ਵਿੱਚ ਮਿਲ ਰਿਹਾ ਹੈ। ਇਹਦੇ ਲਈ ਮੈਨੂੰ ਲੱਗਦਾ ਹੈ ਕਿ ਕਿਸਾਨ ਜਥੇਬੰਦੀਆਂ ਵਧਾਈ ਦੀਆਂ ਹੱਕਦਾਰ ਨੇ। ਡਾਕਟਰ ਸਾਹਿਬ, ਆਖਰੀ ਹੈ ਗੱਲਬਾਤ ਕਰੀਏ, ਜਿਹੜਾ ਪੰਜਾਬ ਦੇ ਵਿੱਚ ਸੱਤਾ ਦਾ ਸੈਮੀਫਾਈਨਲ ਸੀ, MC ਇਲੈਕਸ਼ਨ ਹੋਏ ਸੀ, ਉਹਦੇ ਵਿੱਚ 109 ਜਿਹੜੀਆਂ ਕੌਂਸਲਾਂ ਬਣਨੀਆਂ ਸੀ, ਉਹਦੇ ਵਿੱਚ ਰਿਜ਼ਲਟ ਜਿਹੜਾ ਆਇਆ 78 ਦੇ ਉੱਪਰ ਕਾਂਗਰਸ ਦਾ ਕਬਜ਼ਾ ਹੋਇਆ, ਤਾਂ ਬਾਕੀ 5 ਦੇ ਉੱਪਰ ਅਕਾਲੀ ਦਲ ਦਾ ਹੋਇਆ, 14 ਅਦਰ ਦੇ ਉੱਪਰ ਵੀ ਹੋਇਆ। ਤਾਂ ਕਿਵੇਂ ਦੇਖਦੇ ਹੋ ਜਿਸ ਤਰੀਕੇ ਦੇ ਨਾਲ ਇਹਨਾਂ ਇਲੈਕਸ਼ਨਸ ਦੇ ਵਿੱਚ ਕਾਂਗਰਸ ਦੇ ਵੱਲੋਂ ਪਕੜ ਬਣਾਈ ਗਈ ਹੈ ਕਿ ਵਾਕਈ ਹੀ ਇਹ ਨਤੀਜੇ ਜਿਹੜੇ ਹੈਗੇ ਆ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸਰ ਪਾਉਣਗੇ? ਸੁਖਵਿੰਦਰ ਜੀ, ਜਦੋਂ ਇੱਦਾਂ ਦੀਆਂ ਚੋਣਾਂ ਹੁੰਦੀਆਂ ਨੇ, ਚਾਹੇ ਮਿਊਨਿਸਪਲ ਕਮੇਟੀ ਦੀਆਂ ਹੋਣ ਜਾਂ ਪੰਚਾਇਤੀ ਚੋਣਾਂ ਹੋਣ ਜਾਂ ਕੋਈ ਨਗਰ ਕੌਂਸਲ ਦੀਆਂ ਚੋਣਾਂ ਹੋਣ, ਉਹਦੇ ਵਿੱਚ ਜਿਹੜੀ ਸੱਤਾ ਧਿਰ ਪਾਰਟੀ ਹੁੰਦੀ ਹੈ, ਔਰ ਖਾਸ ਤੌਰ ਤੇ ਮੈਂ ਕਹਾਂਗਾ ਕਿ ਜਿਸ ਕੀ ਲਾਠੀ ਉਸ ਕੀ ਭੈਂਸ, ਜਿਹਦੇ ਹੱਥ 'ਚ ਸੱਤਾ ਹੁੰਦੀ ਹੈ, ਤਾਕਤ ਹੁੰਦੀ ਹੈ, ਉਹਦੀ ਹੀ ਜਿੱਤ ਹੁੰਦੀ ਹੈ। ਆਪਾਂ ਪਿਛਲੀਆਂ ਸਾਰੀਆਂ ਚੋਣਾਂ ਦੇ ਰਿਜ਼ਲਟ ਕੱਢ ਕੇ ਦੇਖੋ, ਇਹ ਸਾਰੀਆਂ ਮੈਨੂਪੂਲੇਟਡ ਹੁੰਦੀਆਂ ਨੇ। ਪਹਿਲਾਂ ਹੀ ਤੈਅ ਹੁੰਦਾ ਕਿ ਕਿਹਨੂੰ ਜਿਤਾਉਣਾ, ਕਿਹਨੂੰ ਹਰਾਉਣਾ ਹੈ। ਉਹ ਸਾਰਾ ਕੁਝ ਜਿਹੜਾ ਹੈਗਾ ਪਹਿਲਾਂ ਸਾਰਾ ਕੁਝ, ਕਿਉਂਕਿ ਅਧਿਕਾਰੀ ਵੀ ਉਹਨਾਂ ਦੇ ਹੱਕ 'ਚ ਹੁੰਦੇ ਨੇ, ਹੋਰ ਸਾਰਾ ਅਮਲਾ ਫੈਲਾ ਜਿਹੜਾ ਹੁੰਦਾ ਸੱਤਾ ਦਾ ਉਹ ਵੀ। ਜੀ ਡਾਕਟਰ ਸਾਹਿਬ, 2-3 ਥਾਵਾਂ ਦੇ ਉੱਪਰ ਅਜਿਹੇ ਰਿਜ਼ਲਟ ਆਏ ਜਿਨ੍ਹਾਂ ਨੂੰ ਦੇਖ ਕੇ ਇਹ ਲੱਗਦਾ ਨਹੀਂ, ਜਿਸ ਤਰੀਕੇ ਦੇ ਨਾਲ ਡਾਕਟਰ ਹਰਜੋਤ ਕਮਲ ਦੇ ਵਾਈਫ ਜਿਹੜੇ ਹੈਗੇ ਆ ਉਹ ਇਲੈਕਸ਼ਨ ਲੜ ਰਹੇ ਸੀ, ਉਹ ਹਾਰ ਗਏ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬ੍ਰਦਰ ਹਾਰ ਗਏ। ਜੇਕਰ ਇਸੇ ਤਰੀਕੇ ਦਾ ਗੱਲਬਾਤ ਹੋਵੇ ਤਾਂ ਕੀ ਲੱਗਦਾ ਨਹੀਂ ਕਿ ਇਹਨਾਂ ਦੇ ਪਰਿਵਾਰਕ ਮੈਂਬਰ ਵੀ ਜਿੱਤ ਜਾਣ? ਦੇਖੋ, ਮੈਂ ਇਸੇ ਲਈ ਕਹਿ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਮੈਨੂਪੂਲੇਟਡ ਹੁੰਦੀਆਂ ਨੇ, ਜਿਹਨੂੰ ਤਾਂ ਉਹਨਾਂ ਨੇ ਦਿਖਾਉਣਾ ਹੁੰਦਾ ਕਿ ਦੇਖੋ ਜੀ, ਅਸੀਂ ਇਹੀ ਗੱਲ ਜਿਹੜੀ ਮੈਂ ਕਹਿ ਰਿਹਾ ਕਿ ਦੇਖੋ ਜੀ, ਜੇ ਸਾਰਾ ਕੁਝ ਹੁੰਦਾ ਸਹੀ ਸਾਡੇ ਹੱਥ 'ਚ ਤਾਂ ਅਸੀਂ ਇਹਨਾਂ ਨੂੰ ਹਰਾਉਂਦੇ। ਤਾਂ ਉਹ ਜਾਣ ਬੁੱਝ ਕੇ ਇੱਕ ਦੋ ਬੰਦੇ ਜਿਹੜੇ ਐਸੇ ਛੱਡ ਲਏ ਜਾਂਦੇ ਨੇ ਕਿ ਉਹਨਾਂ ਨੂੰ ਹਰਾ ਦਿੱਤਾ ਜਾਊਗਾ ਤੇ ਬਾਕੀ ਸਾਰਾ, ਤਾਂ ਕਿ ਉਹਦੀ ਹਵਾ ਬਣੇ ਲੋਕਾਂ ਦੇ ਵਿੱਚ, ਇੱਕ ਇਹ ਹਵਾ ਜਾਏ, ਇਹ ਇੱਕ ਗੱਲ ਜਾਏ ਕਿ ਸੱਤਾ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਵੀ ਕਾਂਗਰਸ ਨੇ ਜਿੱਤਣੀ ਹੈ। ਸੋ ਇਸ ਲਈ ਇਹ ਸਾਰਾ ਕੁਝ ਜਿਹੜਾ ਹੈਗਾ ਬਹੁਤ ਸੋਚ ਸਮਝ ਕੇ ਮੈਨੂਪੂਲੇਟਡ ਤਰੀਕੇ ਦੇ ਨਾਲ ਕਰਵਾਇਆ ਜਾਂਦਾ ਹੈ। ਇਹਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਕਿਵੇਂ ਗੋਲੀਆਂ ਚੱਲੀਆਂ, ਕਿਵੇਂ ਲੋਕ ਜਿਹੜੇ ਹੈਗੇ ਮਾਰੇ ਗਏ, ਝੜਪਾਂ ਹੋਈਆਂ, ਬੂਥ ਕੈਪਚਰਿੰਗ ਹੋਈ, ਹੋਰ ਪਤਾ ਨਹੀਂ ਕੀ ਹੋਇਆ। ਹੁਣ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਗਿਣਤੀ ਦੇ ਵਿੱਚ ਵੀ ਜਿਹੜਾ ਹੈਗਾ ਵਿਰੋਧੀ ਧਿਰਾਂ ਨੂੰ ਕੋਈ ਪੁੱਛ ਪ੍ਰਤੀਤ ਕਿਸੇ ਦੀ ਨਹੀਂ ਹੈ, ਲੋਕ ਸਗੋਂ ਧਰਨਿਆਂ ਤੇ ਬੈਠੇ ਨੇ। ਸੋ ਇਹ ਸਾਰਾ ਚੀਜ਼ ਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਵੈਸੇ ਤਾਂ ਇਹ ਡਰਾਮਾ ਹੀ ਹੁੰਦਾ, ਇਸ ਚੀਜ਼ ਦਾ ਜਿਹੜਾ ਹੈਗਾ ਬੰਦ ਹੋਣਾ ਚਾਹੀਦਾ ਸਗੋਂ, ਕਿਉਂਕਿ ਜਿੰਨਾ ਧੱਕਾ ਇਹਨਾਂ ਚੋਣਾਂ ਦੇ ਹੁੰਦਾ ਜਾਂ ਪੰਚਾਇਤਾਂ ਦੇ ਵਿੱਚ ਹੁੰਦਾ, ਤਾਂ ਮੈਨੂੰ ਇਹ ਲੱਗਦਾ ਕਿ ਸਹੀ ਗੱਲ ਤਾਂ ਇਹੀ ਹੋ ਸਕਦੀ ਹੈ ਕਿ ਜਿਹਦੀ ਸੱਤਾ ਆਉਂਦੀ ਹੈ ਵਿਧਾਨ ਸਭਾ ਦੇ ਵਿੱਚ, ਉਸੇ ਪਾਰਟੀ ਨੂੰ ਹੀ, ਚਾਹੇ ਉਹ ਪੰਚਾਇਤਾਂ ਹੋਣ ਜਾਂ MC ਇਲੈਕਸ਼ਨਸ ਹੋਣ ਜਾਂ ਨਗਰ ਕੌਂਸਲਾਂ ਹੋਣ, ਉਹਨਾਂ ਨੂੰ ਆਪਣੀ ਜਿਹੜਾ ਹੈਗਾ ਆਪਣੇ ਤਰੀਕੇ ਦੇ ਮੁਤਾਬਕ, ਆਪਣੀ ਲੋੜ ਦੇ ਮੁਤਾਬਕ ਇਹ ਜਿਹੜਾ ਹੈਗੇ ਚੁਣ ਲੈਣੀ ਚਾਹੀਦੀ ਹੈ।
ਸੋ ਇਸ ਕਰਕੇ ਉਹਦੇ ਨਾਲ ਲੋਕਾਂ ਦਾ ਖਰਚਾ ਵੀ ਬਚੇਗਾ ਔਰ ਜਿਹੜਾ ਲੋਕਾਂ ਦੀ ਕੁੱਟਮਾਰ ਹੁੰਦੀ ਹੈ, ਉੱਥੇ ਖੱਜਲ ਖੁਆਰੀ ਹੁੰਦੀ ਹੈ ਔਰ ਗੋਲੀਆਂ ਚੱਲਦੀਆਂ ਨੇ ਔਰ ਗੁੰਡਾਗਰਦੀ ਹੁੰਦੀ ਹੈ, ਉਹਦੇ ਤੋਂ ਵੀ ਬਚਾਅ ਹੋ ਸਕਦਾ ਹੈ। ਸੋ ਆਪਾਂ ਨੂੰ ਪਤਾ ਹੈ ਇਹ ਨਤੀਜੇ ਅਸਰ ਪਾਉਣਗੇ 2022 ਦੀਆਂ ਵਿਧਾਨ ਸਭਾ ਚੋਣਾਂ? ਨਹੀਂ, ਇਹ ਨਤੀਜੇ ਦੇਖੋ, ਪਹਿਲਾਂ ਵੀ ਅਕਾਲੀਆਂ ਨੇ ਵੀ ਦੇਖੋ, ਤੁਹਾਨੂੰ ਪਤਾ ਹੈ ਕਿ ਜਦੋਂ ਅਕਾਲੀ ਸੱਤਾ ਹੁੰਦੀ ਸੀਗੀ ਉਹਨਾਂ ਨੇ ਵੀ ਲਗਾਤਾਰ ਉਹ ਵੀ ਇਦਾਂ ਹੀ ਹੁੰਜਾ ਫੇਰੂ ਜਿੱਤ ਉਹਨਾਂ ਦੀ ਹੁੰਦੀ ਸੀ, ਚਾਹੇ ਪੰਚਾਇਤਾਂ ਹੋਣ, ਚਾਹੇ ਨਗਰ ਕੌਂਸਲਾਂ ਹੋਣ, ਚਾਹੇ ਹੋਰ ਚੋਣਾਂ ਹੋਣ। ਜਿਹੜੀਆਂ ਵੀ ਚੋਣਾਂ ਅਕਾਲੀ ਦਲ ਦੇ ਦੌਰਾਨ ਹੋਈਆਂ ਉੱਥੇ ਉਹਨਾਂ ਨੇ ਕੀਤੀ, ਪਰ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਉਹ ਹਾਰ ਗਏ, ਬੁਰੀ ਤਰ੍ਹਾਂ ਹਾਰੇ। ਸੋ ਇਸ ਕਰਕੇ ਕਾਂਗਰਸ ਨੂੰ ਵੀ ਇੱਕ ਭੁਲੇਖਾ ਹੁੰਦਾ ਹੈ ਸੱਤਾਸ਼ੀਲ ਲੋਕਾਂ ਨੂੰ ਕਿ ਸ਼ਾਇਦ ਅਸੀਂ ਇਦਾਂ ਹਵਾ ਬਣਾ ਲਾਂਗੇ, ਇਹ 4 ਦਿਨਾਂ 'ਚ ਲੋਕਾਂ ਨੇ ਪੁਲ ਆ ਜਾਣਾ। ਸੋ ਇਹ ਬਹੁਤਾ ਦੇਰ ਨਹੀਂ, ਮਤਲਬ ਇਦਾਂ ਦਾ ਕੰਮ ਚੱਲਦਾ। ਸੋ ਇਹ ਮੈਂ ਕਹਿਣਾ ਵੀ ਚਲੋ ਇੱਕ ਚੋਣਾਂ ਕਰਵਾਈਆਂ, ਇੱਕ ਉਹਨਾਂ ਨੇ ਇੱਕ ਡਰਾਮਾ ਕੀਤਾ, ਇਹ ਕੋਈ ਐਸੀ ਗੱਲ ਨਹੀਂ ਹੈ, ਪਰ ਇਹਦੇ ਨਾਲ ਲੋਕਾਂ ਦੇ ਵਿੱਚ ਵਿਧਾਨ ਸਭਾ ਆਉਣ ਵਾਲੀਆਂ ਜਿਹੜੀਆਂ 22 ਦੀਆਂ ਚੋਣਾਂ ਨੇ ਉਹਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਪੈਣਾ ਜੀ। ਗੱਲਬਾਤ ਕਰਨ ਲਈ ਧੰਨਵਾਦ। ਬਹੁਤ ਬਹੁਤ ਸ਼ੁਕਰੀਆ। ਮੈਂ ਆਪਣੀ ਆਖਰੀ ਗੱਲ ਸਿਰਫ ਇਹੀ ਕਹਿਣਾ ਚਾਹਾਂਗਾ ਕਿ ਇਸ ਵੇਲੇ ਜਿਹੜਾ ਕਿਸਾਨੀ ਸੰਘਰਸ਼ ਹੈ ਬਹੁਤ ਪੀਕ 'ਤੇ ਜਾ ਰਿਹਾ ਹੈ ਔਰ ਲੋਕ ਜਿਹੜੇ ਨੇ ਲਗਾਤਾਰ ਉਹਨਾਂ ਨਾਲ ਜੁੜ ਰਹੇ ਨੇ, ਕਿਉਂਕਿ ਇਸ ਵੇਲੇ ਲੋੜ ਹੈ ਕਿਸਾਨਾਂ ਨੂੰ, ਆਮ ਲੋਕਾਂ ਨੂੰ, ਕਿ ਆਪਾਂ ਆਪਣੇ ਘਰਾਂ 'ਚੋਂ ਬਾਹਰ ਨਿਕਲ ਕੇ ਕਿਸਾਨਾਂ ਦਾ ਸਾਥ ਦਈਏ ਤੇ ਕਿਸਾਨੀ ਸੰਘਰਸ਼ਾਂ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਜਿੱਥੇ ਵੀ ਅਸੀਂ ਚਾਹੇ ਅਸੀਂ ਘਰੇ ਬੈਠੇ ਵੀ ਜੁੜ ਸਕਦੇ ਹਾਂ, ਆਪਣੇ ਨੈੱਟ ਰਾਹੀਂ, ਆਪਣੇ ਕਿਸੇ ਵੀ ਤਰੀਕੇ ਦੇ ਨਾਲ ਜਿੱਥੇ ਅਸੀਂ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ ਤਾਂ ਜ਼ਰੂਰ ਆਪਣਾ ਕੋਈ ਨਾ ਕੋਈ ਯੋਗਦਾਨ ਇਸ ਸੰਘਰਸ਼ ਦੇ ਵਿੱਚ ਪਾਉਣ ਦੀ ਲੋੜ ਹੈ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ, ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਵਿਚਾਰ ਚਰਚਾ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਸਿੰਘ ਦੇ ਵਿਚਾਰ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸੇ ਹੀ ਪ੍ਰੋਗਰਾਮ ਦੇ ਵਿੱਚ ਨਵੀਆਂ ਤੇ ਕੁਝ ਵੱਡੀਆਂ ਖਬਰਾਂ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।